ਸਾਡਾ ਤਾਂ ਬਹੁਤ ਕੁਝ ਵੱਖਰਾ ਸੀਗਾ। ਸਟੇਟਾਂ ਵੱਖਰੀਆਂ, ਕਲਚਰ ਵੱਖਰਾ, ਧਰਮ ਵੱਖਰਾ, हर चीज़ ਵੱਖਰੀ। एक लड़की बोलते हैं दूसरे जगह में जाके शादी करना है, दूसरे कम्युनिटी के साथ शादी करना है। ये तो नॉर्मली हम चाहे लव मैरिज करें या अरेंज मैरिज करें, है ना, प्रॉब्लम थोड़ा तो सोचते हैं मम्मी डैडी, है ना, हर किसी के मम्मी डैडी। जहाँ मैं रहती हूँ सिक्किम में, वहाँ पे पंजाबी नहीं होते हैं। मैं ਤਾਂ ਜਲੰਧਰ ਦੇ ਰਹਿਣ ਵਾਲਾ ਤੇ ਤਨੁਜਾ ਇੱਥੇ ਪੜ੍ਹਾਈ ਵਾਸਤੇ ਆਈ ਹੋਈ ਸੀਗੀ, ਹੈ ਨਾ। ਫਸਟ ਟਾਈਮ ਮੈਂ ਤਨੁਜਾ ਨੂੰ ਉੱਥੇ ਵੇਖਿਆ ਸੀ ਵਿਆਹ ਦੇ ਉੱਤੇ। ਹੌਲੀ ਹੌਲੀ ਤਨੁਜਾ ਤੇ ਮੈਂ ਗੱਲਬਾਤ ਕਰਦੇ ਰਹੇ, ਸਾਡਾ ਸਮਾਂ ਬੀਤਦਾ ਰਿਹਾ, ਸਾਡੀ ਬੌਂਡਿੰਗ ਅੱਛੀ ਬਣਦੀ ਰਹੀ, ਹੈ ਨਾ, ਆਪਸ ਦੇ ਵਿੱਚ ਅੰਡਰਸਟੈਂਡਿੰਗ ਬਣਦੀ ਰਹੀ। ਮਤਲਬ ਅਸੀਂ ਇੱਕ ਦੂਜੇ ਨਾਲ ਕੰਫਰਟੇਬਲ ਹੁੰਦੇ ਰਹੇ, ਇੰਨਾ ਕੰਫਰਟੇਬਲ ਹੋ ਗਏ ਕਿ ਅਸੀਂ ਸੋਚਿਆ ਕਿ ਅਸੀਂ डिसाइड ਕੀਤਾ कि ਅਸੀਂ ਆਪਸ ਦੇ ਵਿੱਚ ਵਿਆਹ ਕਰ ਲਾਣਾ। पंजाबी उनके ना एक ट्रस्ट है, बहुत ज़्यादा ट्रस्ट करते हैं मेरे मम्मी डैडी। और जब मैंने सरदार के साथ मेरे को प्यार है बोला तो उन्होंने भी समझ लिया, थोड़ा टाइम लिया। ਘਰੇ ਹੌਲੀ ਹੌਲੀ ਗੱਲ ਕਰਕੇ ਤੇ ਘਰਦਿਆਂ ਨਾਲ ਮਤਲਬ ਸਹਿਮਤੀ ਨਾਲ ਅਸੀਂ ਦੋਵਾਂ ਨੇ ਵਿਆਹ ਕਰਵਾਇਆ। ਦੋਨੋਂ ਰੀਤੀ ਰਿਵਾਜਾਂ ਨਾਲ, ਹਨਾ, ਗੁਰੂ ਘਰ ਵੀ ਆਪਾਂ ਲਾਵਾਂ ਲਈਆਂ, ਆਨੰਦ ਕਾਰਜ ਸਾਹਿਬ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਹਿੰਦੂ ਰਿਚੁਅਲ ਹੁੰਦੇ ਨੇ ਉਹਦੇ 'ਚ ਵੀ ਅਸੀਂ ਵਿਆਹ ਕੀਤਾ था। और इन्होंने मुझे बहुत कुछ सिखाया था, अपने धर्म के बारे में मुझे पता था। और हाँ जी, मेरे लिए भी वो जब मैं आनंद कार करने के लिए पहली बार गुरुद्वारा में गई थी, मुझे बहुत ज़्यादा पीस फील हुआ, मेरे को एकदम शांति महसूस हुआ वहाँ जाके। अपनी इंडियन लड़की जो दूसरे कम्युनिटी में जाके शादी करके भी अपने घर बसा के अच्छे से कर रही है, तो मैं खुद मोटिवेट होती हूँ। फिर मैं सोचती हूँ कि नहीं, एवरीवन इज़ डूइंग, देन वाई कांट आई। फिर इसीलिए यही सोचती हूँ मैं हमेशा, एवरी गर्ल इज़ डूइंग, देन वाई कांट आई, ये सोच के मैं फिर आगे बढ़ती हूँ। और मैं खुशी खुशी अच्छे से हैप्पीनेस होके जो भी खाना बनता है और जो इनका रिचुअल्स है मैं उनको फॉलो करती हूँ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਤੁਹਾਡੇ ਚੈਨਲ ਦਾ ਬੜਾ ਧੰਨਵਾਦ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਤੁਹਾਡੇ ਚੈਨਲ ਥਰੂ ਬੋਲਣ ਦਾ, ਲੋਕਾਂ ਨਾਲ ਰੂਬਰੂ ਹੋਣ ਦਾ। ਤੇ ਮੇਰਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਤੇ ਇਹਨਾਂ ਦਾ ਨਾਮ ਹੈਗਾ ਤਨੁਜਾ ਸ਼ਰਮਾ। ਸਭ ਤੋਂ ਪਹਿਲਾਂ ਐਵੇਂ ਆ ਜੀ ਕਿ ਮੈਂ ਤਾਂ ਜਲੰਧਰ ਦੇ ਰਹਿਣ ਵਾਲਾ ਤੇ ਤਨੁਜਾ ਇੱਥੇ ਪੜ੍ਹਾਈ ਵਾਸਤੇ ਆਈ ਹੋਈ ਸੀਗੀ, ਹੈ ਨਾ। ਤੋ ਸਭ ਤੋਂ ਪਹਿਲਾਂ ਅਸੀਂ ਇੱਕ ਸਾਡਾ ਮਿਊਚੁਅਲ ਫਰੈਂਡ ਸੀ, ਦੋਵੇਂ ਜਾਣੇ ਸਭ ਤੋਂ ਪਹਿਲਾਂ ਅਸੀਂ ਉਹਦੇ ਵਿਆਹ 'ਤੇ ਮਿਲੇ ਸੀਗੇ, ਦੋਨੋਂ ਜਾਣੇ ਆਪਸ ਵਿੱਚ। ਤੋਂ ਫਸਟ ਟਾਈਮ ਮੈਂ ਤਨੁਜਾ ਨੂੰ ਉੱਥੇ ਵੇਖਿਆ ਸੀ ਵਿਆਹ ਦੇ ਉੱਤੇ। ਸੋ ਹੌਲੀ ਹੌਲੀ ਸਾਡਾ ਆਪਸ ਦੇ ਵਿੱਚ ਕਮਿਊਨੀਕੇਸ਼ਨ ਸ਼ੁਰੂ ਹੋ ਗਈ ਤੇ ਅਸੀਂ ਫੋਨ ਜਾਂ ਚੈਟ ਥਰੂ ਆਪਸ 'ਚ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ, ਹੈ ਨਾ। ਸੋ ਹੌਲੀ ਹੌਲੀ ਫਿਰ ਸਾਡੀਆਂ ਗੱਲਾਂ ਅੱਗੇ ਵੱਧਦੀਆਂ ਰਹੀਆਂ, ਹੈ ਨਾ। ਸੋ ਫਿਰ ਫਸਟ ਟਾਈਮ ਮੈਨੂੰ ਤਨੁਜਾ ਨੇ ਕਿਹਾ ਕਿ ਆਪਾਂ ਸ਼੍ਰੀ ਬੇਰ ਸਾਹਿਬ, ਹੈ ਨਾ, ਜਾਣਾ ਸੁਲਤਾਨਪੁਰ ਲੋਧੀ। ਸੋ ਮੈਂ ਤੇ ਤਨੁਜਾ ਫਸਟ ਟਾਈਮ ਅਸੀਂ ਉਸ ਗੁਰੂ ਘਰ ਹੀ ਗਏ ਸੀਗੇ ਤੇ ਹਾਂਜੀ। ਸੋ ਮੋਸਟਲੀ ਸਾਡੀਆਂ ਵੈਸੇ ਵੀ ਜਿਹੜੀਆਂ ਆਊਟਿੰਗ ਹੁੰਦੀਆਂ ਸੀ ਉਹ ਗੁਰੂ ਘਰ ਹੀ ਹੁੰਦੀਆਂ ਸੀਗੀਆਂ, ਹੈ ਨਾ। ਸੋ ਹੌਲੀ ਹੌਲੀ ਤਨੁਜਾ ਤੇ ਮੈਂ ਗੱਲਬਾਤ ਕਰਦੇ ਰਹੇ, ਸਾਡਾ ਸਮਾਂ ਬੀਤਦਾ ਰਿਹਾ, ਸਾਡੀ ਬੌਂਡਿੰਗ ਅੱਛੀ ਬਣਦੀ ਰਹੀ, ਹੈ ਨਾ, ਆਪਸ ਦੇ ਵਿੱਚ ਅੰਡਰਸਟੈਂਡਿੰਗ ਬਣਦੀ ਰਹੀ। ਮਤਲਬ ਅਸੀਂ ਇੱਕ ਦੂਜੇ ਨਾਲ ਕੰਫਰਟੇਬਲ ਹੁੰਦੇ ਰਹੇ, ਇੰਨਾ ਕੰਫਰਟੇਬਲ ਹੋ ਗਏ ਕਿ ਅਸੀਂ ਸੋਚਿਆ ਕਿ ਅਸੀਂ ਡਿਸਾਈਡ ਕੀਤਾ ਕਿ ਅਸੀਂ ਆਪਸ ਦੇ ਵਿੱਚ ਵਿਆਹ ਕਰ ਲਾਣਾ, ਹੈ ਨਾ। ਸੋ ਹੌਲੀ ਹੌਲੀ ਅਸੀਂ ਇੱਦਾਂ ਸੋਚਣ ਲੱਗ ਪਏ ਸੀ। ਹਾਂਜੀ ਹਾਂਜੀ, ਲਗਭਗ ਜੀ ਜਦੋਂ ਅਸੀਂ 1.5 ਤੋਂ 2 ਸਾਲ ਗੱਲ ਕਰ ਲਈ ਸੀ ਆਪਸ ਦੇ ਵਿੱਚ, ਹੈ ਨਾ। ਸੋ ਉਸ ਤੋਂ ਬਾਅਦ ਸਾਨੂੰ ਇਹ ਹੋਇਆ ਕਿ ਹਾਂ ਯਾਰ ਆਪਾਂ ਹੁਣ ਵਿਆਹ ਕਰ ਲਈਏ, ਹੈ ਨਾ, ਕਿਉਂਕਿ ਵਧੀਆ ਬੌਂਡਿੰਗ ਅੰਡਰਸਟੈਂਡਿੰਗ ਬਹੁਤ ਸੋਹਣੀ ਹੋ ਗਈ ਸੀ, ਹੈ ਨਾ। ਸਾਨੂੰ ਲੱਗਣ ਲੱਗ ਗਿਆ ਸੀ ਕਿ ਐਜ਼ ਅ ਲਾਈਫ ਪਾਰਟਨਰ ਅਸੀਂ ਇੱਕ ਦੂਜੇ ਨਾਲ ਵਧੀਆ ਨਿਭਾ ਲਾਂਗੇ। ਸੋ ਇਸ ਲਈ ਅਸੀਂ ਫਿਰ ਡਿਸਾਈਡ ਕੀਤਾ ਦੋਵਾਂ ਜਾਣਿਆਂ ਨੇ ਕਿ ਆਪਾਂ ਹੁਣ ਵਿਆਹ ਕਰ ਲੈਣਾ। ਘਰ ਹੌਲੀ ਹੌਲੀ ਗੱਲ ਕਰਦੇ, ਡਰ ਤਾਂ ਬੜਾ ਲੱਗਦਾ ਸੀ ਕਿਉਂਕਿ ਇੱਕ ਵੱਖਰੇ ਕਲਚਰ, ਇੱਕ ਵੱਖਰੀ ਸਟੇਟ ਤੋਂ ਅਸੀਂ ਬਿਲੋਂਗ ਕਰਦੇ ਸੀ ਦੋਨੋਂ ਜਾਣੇ। ਅਤੇ ਡਰ ਵੀ ਲੱਗਦਾ ਸੀ ਬਹੁਤ, ਯਾਰ ਕਿਵੇਂ ਹੋਊਗਾ, ਕਿਵੇਂ ਘਰਦਿਆਂ ਨੂੰ ਮਨਾਵਾਂਗੇ, ਬਹੁਤ ਹਾਰਡ ਹੋ ਜਾਣਾ ਸੀ। ਇੱਕ ਵੱਖਰੇ ਕਲਚਰ ਦੇ ਵਿੱਚ ਵਿਆਹ ਕਰਨਾ ਬੜਾ ਔਖਾ ਹੋ ਜਾਂਦਾ, ਹੈ ਨਾ। ਸੋ ਅਸੀਂ ਫਿਰ ਇੱਦਾਂ ਵੀ ਸੋਚਦੇ ਰਹੇ ਵਿੱਚ ਪਰ ਫਿਰ ਵੀ ਅਸੀਂ ਆਪਦੇ ਘਰੇ ਹੌਲੀ ਹੌਲੀ ਗੱਲ ਕਰਕੇ ਅਤੇ ਘਰਦਿਆਂ ਨਾਲ ਮਤਲਬ ਸਹਿਮਤੀ ਨਾਲ ਅਸੀਂ ਦੋਵਾਂ ਨੇ ਵਿਆਹ ਕਰਵਾਇਆ। ਦੋਨੋਂ ਰੀਤੀ ਰਿਵਾਜਾਂ ਨਾਲ, ਹੈ ਨਾ, ਗੁਰੂ ਘਰ ਵੀ ਆਪਾਂ ਲਾਵਾਂ ਲਈਆਂ, ਆਨੰਦ ਕਾਰਜ ਸਾਹਿਬ ਕੀਤਾ ਅਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਹਿੰਦੂ ਰਿਚੁਅਲ ਹੁੰਦੇ ਨੇ ਉਹਦੇ 'ਚ ਵੀ ਅਸੀਂ ਵਿਆਹ ਕੀਤਾ। ਹਾਂਜੀ ਬਿਲਕੁਲ, ਇਹ ਤੁਹਾਡੀ ਗੱਲ ਜੀ ਸਹੀ ਆ ਕਿਉਂਕਿ ਅਸੀਂ ਇੱਕ ਸਟੇਟ ਦੇ ਵਿੱਚ ਵੀ ਅੱਜ ਸਾਡੀ ਕਮਿਊਨਿਟੀ, ਜਿਹੜੀ ਸਾਡੀ ਪੂਰੀ ਇੰਡੀਅਨ ਕਮਿਊਨਿਟੀ ਦੀ ਮੈਂ ਗੱਲ ਕਰਦਾ, ਇੱਕ ਸਟੇਟ ਲੈਵਲ 'ਤੇ ਵੀ ਅਸੀਂ ਜਦੋਂ ਸੋਚੀਦਾ ਨਾ ਕਿ ਅਸੀਂ ਲਵ ਮੈਰਿਜ ਕਰਾਉਣੀ ਆ, ਉਦੋਂ ਵੀ ਇੱਥੇ ਮਤਲਬ ਬਹੁਤ ਹਾਰਡ ਹੋ ਜਾਂਦਾ, ਕਾਫੀ ਚੀਜ਼ਾਂ ਦਾ ਸੋਚਣਾ ਪੈਂਦਾ ਲਵ ਮੈਰਿਜ ਕਰਾਉਣ ਵੇਲੇ। ਸੋ ਸਾਡਾ ਤਾਂ ਬਹੁਤ ਕੁਝ ਵੱਖਰਾ ਸੀਗਾ, ਸਟੇਟਾਂ ਵੱਖਰੀਆਂ, ਕਲਚਰ ਵੱਖਰਾ, ਧਰਮ ਵੱਖਰਾ, ਹਰ ਚੀਜ਼ ਵੱਖਰੀ। ਸੋ ਰੀਤੀ ਰਿਵਾਜ ਵੀ ਜਿਹਨੂੰ ਕਹਿ ਲਓ ਕਿ ਬਹੁਤ ਜ਼ਿਆਦਾ ਵੱਖਰੇ ਸੀ ਦੋਵਾਂ ਪਰਿਵਾਰਾਂ ਦੇ। ਸੋ ਫਿਰ ਅਸੀਂ ਹੌਲੀ ਹੌਲੀ ਪੇਰੈਂਟਸ ਨਾਲ ਗੱਲ ਕੀਤੀ। ਪਹਿਲਾਂ ਉਹਨਾਂ ਲਈ ਵੀ ਬੜਾ ਔਖਾ ਸੀਗਾ ਕਿ ਯਾਰ ਬੱਚੇ
ਨੇ ਇਹ ਜਿਹੜਾ ਡਿਸੀਜਨ ਲਿਆ ਕਿਵੇਂ ਹੌਲੀ ਹੌਲੀ ਹੋਊਗਾ, ਬੱਚਿਆਂ ਦਾ ਗਾਂਹ ਕੀ ਚੱਲੂਗਾ, ਆਪਸ ਦੇ ਵਿੱਚ ਕੁਝ ਮਿਲਦਾ ਨਹੀਂ ਹੈਗਾ, ਬਹੁਤ ਜ਼ਿਆਦਾ ਦੂਰ ਦੀ ਆ ਕੁੜੀ ਹੈ ਨਾ, ਅਤੇ ਮੁੰਡਾ ਬਹੁਤ ਜ਼ਿਆਦਾ ਇੱਕ ਵੱਖਰੇ ਕਲਚਰ ਵੱਖਰੇ ਧਰਮ ਦਾ ਵਾ। ਸੋ ਪਰ ਹੌਲੀ ਹੌਲੀ ਜਦੋਂ ਜਿੱਦਾਂ ਅਸੀਂ ਉਹਨਾਂ ਦੋਨਾਂ ਨੂੰ ਸਮਝਾਉਂਦੇ ਰਹੇ, ਉਹਨਾਂ ਨੂੰ ਸਾਡੀ ਗੱਲਬਾਤ ਪਤਾ ਲੱਗਣ ਲੱਗੀ ਕਿ ਯਾਰ ਬੱਚੇ ਇੱਕ ਜਿਹੜੀ ਇਮੋਸ਼ਨਲ ਲਾਈਫ ਤੋਂ ਇਲਾਵਾ ਵੀ ਦੋਨੋਂ ਜਾਣੇ ਇੱਕ ਅੱਛੀ ਬੌਂਡਿੰਗ ਰੱਖਦੇ ਆ, ਇੱਕ ਆਪਣੇ ਅੱਛੇ ਫਿਊਚਰ ਪਲਾਨ ਬਾਰੇ ਫਿਊਚਰ ਬਾਰੇ ਵੀ ਸੋਚ ਕੇ ਸਾਨੂੰ ਕਹਿ ਰਹੇ ਨੇ। ਸੋ ਪੇਰੈਂਟਸ ਨੇ ਵੀ ਇਹ ਗੱਲ ਸਮਝੀ ਕਿ ਦੋਨੋਂ ਬੱਚੇ ਫਿਊਚਰ 'ਚ ਜਾ ਕੇ ਆਪਦੇ ਆਪ ਨੂੰ ਵਧੀਆ ਸਟੈਂਡ ਕਰ ਸਕਦੇ ਆ। ਸੋ ਫਿਰ ਪੇਰੈਂਟਸ ਵੀ ਥੋੜ੍ਹਾ ਥੋੜ੍ਹਾ ਕੰਫਰਟੇਬਲ ਹੋ ਗਏ। ਆਫਟਰ ਆਲ ਪੇਰੈਂਟਸ ਵੀ ਇਹੀ ਚਾਹੁੰਦੇ ਆ ਕਿ ਸਾਡੇ ਬੱਚੇ ਖੁਸ਼ ਰਹਿਣ, ਹੈ ਨਾ। ਸੋ ਜਦੋਂ ਪੇਰੈਂਟਸ ਨੂੰ ਪਤਾ ਲੱਗਾ ਹੌਲੀ ਹੌਲੀ ਕਿ ਚਲੋ ਬੱਚਿਆਂ ਦੀ ਵੀ ਖੁਸ਼ੀ ਹੋ ਜੂਗੀ, ਅਤੇ ਬੱਚੇ ਜਿਹੜੀ ਇਹਨਾਂ ਦੀ ਲਾਈਫ ਆ ਗਾਂਹ ਵੀ ਫਿਊਚਰ ਬਾਰੇ ਵੀ ਸੋਚ ਕੇ ਸਾਰਾ ਕੁਝ ਕਰ ਰਹੇ ਨੇ, ਹੌਲੀ ਹੌਲੀ ਫਿਰ ਉਹ ਕੰਫਰਟੇਬਲ ਹੋਏ। ਫਿਰ ਸਾਡੀ ਮਿਊਚੁਅਲ ਅੰਡਰਸਟੈਂਡਿੰਗ ਨਾਲ ਅਸੀਂ ਦੋਨੋਂ ਰੀਤੀ ਰਿਵਾਜਾਂ ਨਾਲ ਵਿਆਹ ਕੀਤਾ ਸਿੱਕਮ ਜਾ ਕੇ। ਹਾਂਜੀ हाँ जी, मेरे पेरेंट्स को पहले तो प्रॉब्लम ही हुआ, मुझे खुद बोलना भी प्रॉब्लम ही हुआ है ना, कि जब एक लड़की बोलते हैं दूसरे जगह में जाके शादी करना है, दूसरे कम्युनिटी के साथ शादी करना है। ये तो नॉर्मली हम चाहे लव मैरिज करें या अरेंज मैरिज करें, है ना, प्रॉब्लम थोड़ा तो सोचते हैं मम्मी डैडी, है ना, हर किसी के मम्मी डैडी। और वैसे भी मैं तो लड़की के तरफ से हूँ ना, लड़की के लिए तो और ज़्यादा मम्मी डैडी सोचते हैं। और पर मैंने बोला, उनको सब चीज़ बताया, इनके बारे में बताया, और इनके जो रिलीजियस है उनके बारे में बताया। उन्होंने थोड़ा सा टाइम लिया, पर जैसे मैंने बोला कि मतलब मेरे पेरेंट्स को थोड़ा मतलब जो पंजाबी है उनके ना एक ट्रस्ट है, बहुत ज़्यादा ट्रस्ट करते हैं मेरे मम्मी डैडी। और जब मैंने सरदार के साथ मेरे को प्यार है बोला, तो उन्होंने भी समझ लिया, थोड़ा टाइम लिया। और मेरे 2 सिस्टर से उन्होंने भी टाइम लिया, फिर जाके उन्होंने एकदम खुशी से हैप्पीनेस होके हमारे रिश्ते को एक्सेप्ट कर लिया था। मैनेजमेंट तो हो रहा है, क्योंकि पहले भी मैं पंजाब में रहती थी, थोड़ा बहुत तो मुझे पता था यहाँ के रिचुअल्स के बारे में, यहाँ के खाना के बारे में, है ना। तो मैं यही देख के भी थोड़ा बहुत पता ही था। अभी शादी करके आने के बाद थोड़ा मुझे खाना में प्रॉब्लम हो जाता है, पर मैं खा लेती हूँ। और इनके मम्मी डैडी मुझे ज़्यादा बोलते हैं, खुद के भी खाना बना के मैं खा सकती हूँ। एंड प्रॉब्लम होता ही है, बट इट्स ओके ना। हर लड़की मैं ही नहीं, हर कितने इंडियन लड़कियाँ जो दूसरे कम्युनिटी में जाके शादी करके भी अपने घर बसा के अच्छे से कर रही है, तो मैं खुद मोटिवेट होती हूँ। फिर मैं सोचती हूँ कि नहीं, एवरीवन इज़ डूइंग, देन वाई कांट आई। फिर इसीलिए यही सोचती हूँ मैं हमेशा, एवरी गर्ल इज़ डूइंग, देन वाई कांट आई, ये सोच के मैं फिर आगे बढ़ती हूँ। और मैं खुशी खुशी अच्छे से हैप्पीनेस होके जो भी खाना बनता है और जो इनका रिचुअल्स है, मैं उनको फॉलो करती हूँ। मैंने यहाँ आके एक ही बार मैंने बनाया था खाना, वैसे अभी मैं यहाँ खाना नहीं बना रही हूँ। बट हाँ जी, मैं ना ज़्यादा ये सोचती हूँ, मैं अब जैसे दूसरे कम्युनिटी में आई हूँ, यहाँ का खाना मुझे बनाना सीखना ही है ना, सीखना ही पड़ेगा, क्योंकि मेरे हस्बैंड तो वही खाएंगे। बेशक मैं अपने वहाँ के भी बनाऊँ, पर उनको यहीं का ही पसंद आता है। तो जब भी इनके मम्मी किचन में होती है, मैं जाके देखती हूँ इनके मम्मी कैसे बनाते, मैं बहुत नोट करती हूँ। और इनके मम्मी मुझे रोटी बनाने सिखाते हैं, और मैं इनके जो भी खाना बनते हैं मैं वो देख लेती हूँ, ताकि मैं भी सीख पाऊँ जल्दी, और मैं भी यहाँ के खाना बनाने सीख जाऊँ, मैं ये सोचती हूँ। आपको कौन सा खाना यहाँ पंजाब का मेरे को सरसों का साग अच्छा लगता है, और वो मक्की की रोटी भी अच्छा लगता है। अभी तो मेरे को जो मेरे हस्बैंड के मॉम ने अभी खाना बनाने के लिए अलाउ तो नहीं किया है, मैंने अभी खाना ये बनाया नहीं है। बट हाँ जी, मैंने अपने हस्बैंड को मोमोज़ बना के खिलाया था। सिख धर्म के बारे में हाँ जी मेरे को पता था, थोड़ा थोड़ा पता था, क्योंकि जब से मैं रिलेशनशिप में थी, जब से मैं सरदार जी से बात करती थी, ऑलमोस्ट हमारे फ़ोन में यही बात होता था कि रिचुअल्स के बारे में ये बात करते थे, और यहाँ के जो वय गुरु के बारे में ज़्यादा हमारे फ़ोन में बातें होता था। और इन्होंने मुझे बहुत कुछ सिखाया था, अपने धर्म के बारे में मुझे पता था। और हाँ जी, मेरे लिए भी वो जब मैं आनंद कार करने के लिए पहली बार गुरुद्वारा में गई थी, मुझे बहुत ज़्यादा पीस फील हुआ, मेरे को एकदम शांति महसूस हुआ वहाँ जाके। होता है ना, शादी में लड़कियाँ जो भी है, लड़के की तरफ भी लड़की की तरफ भी, दोनों फैमिली बहुत थक जाते, बट मुझे पता ही नहीं चला वहाँ जाके कि मैं थकी हुई हूँ या क्या हुई हूँ। इतना पीस फील हो रहा था, इतने अच्छे से, इतने शांति से आनंद कार हुआ, मुझे बहुत अच्छा लगा। मेरे पेरेंट्स पहले से ही वही गुरुजी से बहुत जुड़े हुए थे,
और उनको उनको पता था कि मतलब जैसे ना वो पंजाबी तो पूरी दुनिया में जाना जाता है ना, तो उनको खुशी लगा था सुन के कि मैं एक पंजाबी के साथ रिलेशनशिप में हूँ या शादी करना चाहती हूँ। हाँ जी, जैसे जब मेरे पेरेंट्स को पता लगा तो जैसे ना वहाँ मैं जहाँ मैं रहती हूँ सिक्किम में, वहाँ पे पंजाबी नहीं होते हैं, बस आर्मी लोग ही होते हैं ना। वहाँ ना कोई पंजाबी का घर है ना कोई पंजाबी होते हैं, तो वहाँ पे बस हमारी कम्युनिटी के लोग ही रहते हैं और कोई और दूसरे रहते ही नहीं। स्पेशली जो पंजाब के लोग हैं वो तो रहते ही नहीं है ना। तो फिर मेरे पेरेंट्स को थोड़ा उनको पता था, क्योंकि मेरे मॉम डैड पहले से ही वाहे जी से बहुत अच्छे से जुड़े हुए थे। क्योंकि मैं इसका कहानी यही बताना चाहती हूँ, जब मेरा जो जन्म हुआ था 1995 में हुआ था, तभी कोई भी जैसे इंटरनेट वगैरह नहीं था, है ना, कोई सोशल मीडिया नहीं था। क्योंकि मैं तो हिंदू से थी, वहाँ पे तो ना कोई पंजाबी था, तो मुझे पता ही नहीं था वाहे गुरु के बारे में। बट मेरे जो डैडी जी थे, वो मेरे डैडी जी हमेशा मेरे घर में पूजा किया करते थे। एक फ़ोटो लगा हुआ था, है ना, तो मैंने कभी ये पूछने की कोशिश भी नहीं किया था मेरे डैडी को कि वो कौन है बोल के, क्या है बोल के। मैंने यही सोचा था कोई होंगे डैडी का जो अभी इस दुनिया में नहीं है। तो जब मैं आफ्टर क्लास 12 मेरे पंजाब में कॉलेज हुआ, मेरे घर के मॉम डैड बहुत ज़्यादा खुश हुए थे कि मैं पंजाब जा रही हूँ बोल के। और ऐसे करके मैं पंजाब आ गई। आने के बाद मैंने हर लड़की के हॉस्टल्स में मैं रहने लगी थी, तो हर लड़की के रूम में ना वही फ़ोटोज़ देखा जो मेरे घर में पड़ा हुआ था। तो मैं हैरान हो गई। उन लड़कियों को मैंने पूछा ये कौन है बोल के, उन्होंने बताया कि ये वाहे गुरु है। तो मैंने अपने पापा को फ़ोन करके बोला, तो तभी जाके पापा ने बोला वो तो पंजाब के गुरु है। और पापा ने ये भी बताया कि जो हम गुरुद्वारा जाते थे गुरुपुरब में, वो तो वही गुरु है बोल के, है ना। तो मैं हैरान हो गई देख के। और फिर मेरे शायद मैं ये मानती हूँ कि मेरे शायद सरदार जी के साथ होना ही था, मेरे मॉम डैड करके। और मुझे एक पंजाब में बहू बन के आना ही था। इसीलिए भी होगा क्योंकि मेरे पेरेंट्स पहले से वाहे गुरु से जुड़े हुए थे। तो उसके बाद मैं जब हॉस्टल्स में थी, तो मेरे हॉस्टल्स के बाहर गुरुद्वारा था, तो मैं रोज़ 4 बजे सुबह एक ओमकार करके सुना करती थी, है ना। उसके बाद मैंने अपने लड़कियों को बोला कि गुरुद्वारा जाना है, तो मैं गुरुद्वारा गई थी। तो ऑटोमेटिक मैं जब गुरुद्वारे के अंदर गई, मुझे नहीं पता, मैं रोने लग गई थी, कुछ ज़्यादा ही रोने लग गई थी। मुझे ये नहीं पता क्यों, है ना। तो मेरे को उस दिन के बाद ना मुझे गुरु के बारे में जानने का बहुत इंटरेस्ट हुआ, मन किया अच्छे से जानने के। तो हर बार भी मैं गुरुद्वारा जाया करती, तभी भी मुझे रोना आता था। मुझे अभी तक ये नहीं पता मुझे क्यों रोना आता है बोल के। एंड उसके बाद ऐसे करके मेरे सरदार जी के साथ मुलाकात हो गया था और हम दोनों मिले, फिर बातचीत हो गया। तो हमने डिसाइड किया कि हम शादी तक बात पहुंचाएंगे। तो मैंने अपने फैमिली को बताया, और जब फैमिली को मैंने बताया, पहले तो ऑफ कोर्स होता ही, चाहे हम कहीं भी कम्युनिटी में शादी करें, चाहे लव करें या अरेंज करें, एक लड़की के माँ बाप को प्रॉब्लम होता ही है ना। तो उनको भी ऐसे प्रॉब्लम हो गया, बट उसके बाद उन लोग ने समझने लग गए थे हौली हौली। उनको वो लोग फिर खुश हो गए कि नहीं सरदार है पंजाब से बोल के, वो खुश होने लग गए। जो भी मेरे रिलेटिव्स है, उन्होंने भी, किसी ने मुझे बैड कमेंट नेगेटिव किसी ने भी नहीं किया, क्योंकि एक जो पंजाबी होता है वो पूरी दुनिया में जाना जाता है। तो सरदार करके तो और वो लोग भी अच्छा फील करने लग गए। तो उसके बाद मैंने अपने सरदार जी के बारे में बातें किया, तो इनके साथ मेरे फैमिली का मुलाकात हो गया, है ना। तो फिर बातचीत होने के बाद हमारे यहाँ तक शादी का बात पहुँच गया था, और आज हम साथ में हैं। हाँ जी। ਹਾਂਜੀ, ਸਾਨੂੰ ਆਉਂਦੇ ਆ ਜੀ ਕਾਫੀ ਕਮੈਂਟਸ ਆਉਂਦੇ ਆ। ਵੈਸੇ ਉਹ ਸਿਰਫ 2-3% ਹੀ ਆ ਜਿਹੜੇ ਕਮੈਂਟ ਕਰਦੇ ਨੇ। ਸੋ ਉਹਨਾਂ ਦੀ ਚਲੋ ਵੇ ਆਫ ਥਿੰਕਿੰਗ ਵੱਖਰੀ ਹੋ ਸਕਦੀ ਆ ਸਾਡੇ ਨਾਲੋਂ, ਸਾਨੂੰ ਉਹਨਾਂ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਅਸੀਂ ਜ਼ਿਆਦਾ ਧਿਆਨ ਦਿੰਦੇ ਜਿਹੜੇ ਸਾਨੂੰ ਪਿਆਰ ਕਰਦੇ ਨੇ, ਹੈ ਨਾ। ਸੋ ਦੂਜੀ ਗੱਲ ਇਹ ਆ ਵੀ ਮੈਂ ਤਾਂ ਬਸ ਇੱਕ ਇਹ ਗੱਲ ਕਹਿਣਾ ਚਾਹਾਂਗਾ ਕਿ ਸਾਨੂੰ ਨਾ ਇੱਕ ਛੋਟਾ ਕਲਿੱਪ ਦੇਖ ਕੇ ਕਿਸੇ ਦੀ ਜ਼ਿੰਦਗੀ ਨੂੰ ਨਹੀਂ ਫਰੋਲਣਾ ਚਾਹੀਦਾ, ਹੈ ਨਾ। ਕਿਸੇ ਦੀ ਜ਼ਿੰਦਗੀ ਨੂੰ ਇੱਕ ਕੋਈ ਵੀਡੀਓ ਕਲਿੱਪ ਜਿਹੜਾ ਹੈਗਾ 50 ਸੈਕਿੰਡਸ ਦਾ, ਉਹ ਡਿਫਾਈਨ ਨਹੀਂ ਕਰ ਸਕਦਾ। ਜਦੋਂ ਤੱਕ ਤੁਸੀਂ ਕਿਸੇ ਬੰਦੇ ਬਾਰੇ ਉਹਦੀ ਜ਼ਿੰਦਗੀ ਨੂੰ ਜਾਣ ਨਹੀਂ ਲੈਂਦੇ, ਉਦੋਂ ਤੱਕ ਤੁਹਾਨੂੰ ਕੋਈ ਵੀ ਮੇਰੇ ਹਿਸਾਬ ਨਾਲ ਉਹਨੂੰ ਜੱਜਮੈਂਟ ਨਹੀਂ ਕਰਨੀ ਚਾਹੀਦੀ, ਹੈ ਨਾ, ਜਦੋਂ ਤੱਕ। ਕਿਉਂਕਿ ਹਰੇਕ ਬੰਦੇ ਦੀ ਆਪਣੀ ਲਾਈਫ ਆ, ਆਪਣੀ ਸਿਚੁਏਸ਼ਨ ਆ, ਆਪਣੀ ਫੈਮਿਲੀ ਇਨਵਾਇਰਮੈਂਟ ਆ, ਉਹਦੇ ਹਿਸਾਬ ਨਾਲ ਬੰਦਾ ਚੱਲ ਪੈਂਦਾ, ਹੈ ਨਾ। ਸੋ ਸਾਨੂੰ ਕਿਸੇ ਨੂੰ ਵੀ ਮਤਲਬ ਜੱਜ ਨਹੀਂ ਕਰਨਾ ਚਾਹੀਦਾ, ਕਿਸੇ ਦੀ ਜ਼ਿੰਦਗੀ ਦੇ ਵਿੱਚ ਨਹੀਂ ਝਾਕਣਾ ਚਾਹੀਦਾ। ਹਾਂਜੀ, ਸੋ ਦੂਜੀ ਗੱਲ ਇਹ ਆ, ਮੈਂ ਇੱਥੇ ਇਹ ਮੈਂਸ਼ਨ ਕਰਨਾ ਚਾਹੁੰਦਾ ਕਿ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਨੇ, ਜਿਹੜੇ ਸਾਨੂੰ ਅੱਜ ਇੱਥੇ
ਟੀਵੀ ਤੇ ਲੈ ਕੇ ਆਉਣ ਵਾਲੇ ਇੰਟਰਵਿਊ ਲੈ ਕੇ ਆਉਣ ਵਾਲੇ ਸਾਡੀ ਜਿਹੜੀ ਆਡੀਅנס ਸਾਨੂੰ ਪਿਆਰ ਕਰਨ ਵਾਲੀ ਆ, ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਆ ਜਿਹੜੇ ਸਾਨੂੰ ਪਿਆਰ ਕਰਦੇ ਨੇ, ਜਿਨ੍ਹਾਂ ਦੀ ਬਦੌਲਤ ਸਾਨੂੰ ਅੱਜ ਅਪਰੋਚ ਕਰ ਰਹੇ ਨੇ ਨਿਊਜ਼ ਚੈਨਲ ਵਾਲੇ, ਟੀਵੀ ਚੈਨਲ ਵਾਲੇ, ਕਿ ਅਸੀਂ ਤੁਹਾਡੇ ਰੂਬਰੂ ਹੋ ਕੇ ਤੁਹਾਨੂੰ ਆਪਦੇ ਜ਼ਿੰਦਗੀ ਦੀ ਆਪਦੀ ਸਟੋਰੀ ਦੱਸਣ ਤੇ ਕਾਬਲ ਹੋਏ ਹਾਂ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਹੈ ਨਾ। ਹਾਂਜੀ, ਸੋ ਤੁਸੀਂ ਸਾਡਾ ਚੈਨਲ ਵੀ ਹੈਗਾ YouTube ਦੇ ਉੱਤੇ, ਪੰਜਾਬੀ ਸਿੱਕਮ ਕਪਲ ਦੇ ਨਾਮ ਦੇ ਉੱਤੇ, ਅਤੇ ਸਾਡਾ ਇੰਸਟਾਗ੍ਰਾਮ ਵੀ ਪੇਜ ਹੈਗਾ, ਮੇਰਾ ਹੈਗਾ I am ਸਿੰਘ ਜਸ, ਅਤੇ ਇਹਦਾ ਹੈਗਾ ਆ ਤਨੁਜਾ ਦਾ ਹੈਗਾ ਤਨੁਜਾ ਸ਼ਰਮਾ ਦੇ ਨਾਮ ਦੇ ਉੱਤੇ, ਹੈ ਨਾ। ਸੋ ਸਾਨੂੰ ਉੱਥੇ ਵੀ ਤੁਸੀਂ ਜੁਆਇਨ ਕਰ ਸਕਦੇ ਆ। ਸੋ ਮੈਂ ਹੁਣ ਦਿਲੋਂ ਤਹਿ ਦਿਲੋਂ ਆਪਣੇ ਧੰਨਵਾਦ ਕਰਦਾ ਹਾਂ। ਸਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਪਿਆਰ ਹੋ ਰਿਹਾ ਸਾਨੂੰ ਸਾਡੇ ਦੋਨਾਂ ਜੋੜੀ ਨੂੰ ਬਹੁਤ ਜ਼ਿਆਦਾ ਤੁਸੀਂ ਪਸੰਦ ਕਰ ਰਹੇ ਹੋ। ਸੋ ਸਾਡੀ ਜਿਹੜੀ ਹਿਸਟਰੀ ਵੀ ਜਾਣਨ ਲਈ ਤੁਸੀਂ ਬੜੇ ਕਿਊਰੀਓਸਿਟੀ ਤੁਸੀਂ ਬਹੁਤ ਉਤਸੁਕ ਹੋ ਸਾਡੀ ਸਟੋਰੀ ਜਾਣਨ ਵਾਸਤੇ। ਸੋ ਅਤੇ ਅਸੀਂ ਵੀ ਮਤਲਬ ਤੁਹਾਡਾ ਟੀਵੀ ਚੈਨਲ ਵਾਲਿਆਂ ਦਾ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਸਾਡੀ ਤੁਸੀਂ ਸਟੋਰੀ ਲੋਕਾਂ ਦੇ ਅੱਗੇ ਰੱਖੀ ਹੈ, ਹੈ ਨਾ, ਤਾਂ ਕਿ ਸਾਨੂੰ ਵੀ ਆਪਣੀ ਸਾਈਡ ਰੱਖਣ ਦਾ ਮੌਕਾ ਮਿਲਿਆ, ਹੈ ਨਾ। ਸਾਡੀਆਂ ਵੀਡੀਓ ਨੂੰ ਵੈਸੇ ਤਾਂ ਬਹੁਤ ਪਿਆਰ ਹੁੰਦਾ ਆ, ਸੋ ਲੋਕ ਸਾਡੇ ਬਾਰੇ ਜਾਣਨ ਬਾਰੇ ਬੜੇ ਉਤਸੁਕ ਸੀ, ਅਤੇ ਅਸੀਂ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਆਪਣੀ ਸਟੋਰੀ ਦੱਸਣ ਦੇ ਅੱਜ ਕਾਬਲ ਹੋਏ ਹਾਂ, ਹੈ ਨਾ। ਸੋ ਅਸੀਂ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ।